So plus 2 class, you know very well, yesterday I conducted the online class. Okay, so again I welcome you in the plus 2 class, and I hope you will work hard and you will score good marks in board exams. Okay, so unit first I am going to start, that was reproduction, as I have already told you, but again I will explain you unit 1 reproduction, and under this unit you have to study 4 chapters. Chapter number 1, reproduction in organisms. Chapter 2, sexual reproduction in flowering plants. Chapter number 3, human reproduction. Fourth, reproductive health. So as you are seeing, all chapters are related with reproduction. So first chapter is reproduction in organisms. When we use the word organism, it means it includes plants, animals and other organisms. Okay, so microorganisms like bacteria, amoeba. So there are so many organisms. There is diversity in the universe, so there are so many organisms. So this is the general chapter. This is the most simple chapter. There are total 16 chapters in the plus 2 bio. Okay, so I am going to start chapter number 1, reproduction in organisms. Okay, so in this we will study different types of reproductions. Okay, so first of all, lifespan, as I have already told you in the live class. So lifespan, the duration between the birth and death is called lifespan. ਲਾਈਫ ਜੋ ਹੈ ਕਿਸੇ ਵੀ ਇੰਡੀਵਿਜੂਅਲ ਦਾ, ਇਟ ਇਨਵੋਲਵਸ 4 ਸਟੇਜਿਸ। ਠੀਕ ਹੈ, ਸੋ ਉਹਦੇ 'ਚ ਕੀ ਆ ਜਾਂਦੀਆਂ ਨੇ, 4 ਸਟੇਜਿਸ ਆਉਂਦੀਆਂ ਹਰ ਇੱਕ ਇੰਡੀਵਿਜੂਅਲ ਦੇ ਲਾਈਫ ਸਪੈਨ ਦੇ ਅੰਦਰ। ਯੂਵੈਨੈਲਿਟੀ, ਠੀਕ ਹੈ ਜੀ, ਨੰਬਰ 1 ਯੂਵੈਨੈਲਿਟੀ, ਨੰਬਰ 2 ਮੈਚੋਰਿਟੀ, ਨੰਬਰ 3 ਏਜਿੰਗ, ਨੰਬਰ 4 ਡੈਥ। ਠੀਕ ਹੈ ਜੀ, ਸੋ ਈਚ ਐਂਡ ਐਵਰੀ ਇੰਡੀਵਿਜੂਅਲ ਗੋ ਥਰੂ ਦੀਜ਼ 4 ਸਟੇਜਿਸ ਡਿਊਰਿੰਗ ਹਰ ਔਰ ਹਿਜ਼ ਲਾਈਫ ਸਪੈਨ। Okay, so number 1, juvenility. This is the early period of the lifespan, from the time of birth up to the stage when an organism develops the capacity to reproduce। ਠੀਕ ਹੈ ਜੀ, ਜਦੋਂ ਤੋਂ ਕੋਈ ਵੀ organism ਜੋ ਹੈ ਉਹਨੇ ਬਰਥ ਲਿਆ ਹੈ ਨਾ, ਅਤੇ ਜਦੋਂ ਤੱਕ ਉਹਦੇ ਅੰਦਰ ਰੀਪਰੋਡਿਊਸ ਕਰਨ ਦੀ ਕਪੈਸਿਟੀ ਨਹੀਂ ਡਿਵੈਲਪ ਹੋ ਜਾਂਦੀ, ਉਹਦੇ ਉਸ ਅਸੀਂ ਲਾਈਫ ਸਪੈਨ ਦੇ ਫੇਜ਼ ਨੂੰ ਜਾਂ ਉਸ ਸਟੇਜ ਨੂੰ ਵੀ ਕਾਲ ਇਟ ਯੂਵੈਨੈਲਿਟੀ। ਓਕੇ, ਸੋ ਅਸੀਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਪਿਊਬਰਟੀ ਦੀ ਏਜ ਜੋ ਹੈ, ਤੁਸੀਂ 10th ਕਲਾਸ ਦੇ ਵਿੱਚ ਵੀ ਪੜ੍ਹਿਆ ਹੋਇਆ ਕਿ ਲੜਕੀਆਂ ਦੇ ਵਿੱਚ 12-13 ਸਾਲ ਤੋਂ ਹੈ ਨਾ ਸ਼ੁਰੂ ਹੋ ਜਾਂਦੀ ਹੈ। ਸੋ 17 ਔਰ 18 ਈਅਰਸ ਦੀ ਏਜ 'ਤੇ ਜਾਂਦੇ ਜਾਂਦੇ ਓਕੇ ਉੱਥੇ ਤੱਕ ਪਹੁੰਚਦੇ ਹੋਏ, ਠੀਕ ਹੈ, ਪਰਸਨ ਜੋ ਹੈ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਉਹਦੇ ਅੰਦਰ ਰੀਪਰੋਡਿਊਸ ਕਰਨ ਦੀ ਕਪੈਸਿਟੀ ਪੈਦਾ ਹੋ ਜਾਂਦੀ ਹੈ। ਇਸ ਸਟੇਜ ਨੂੰ ਕੀ ਕਹਿੰਦੇ ਆ, ਯੂਵੈਨੈਲਿਟੀ। ਦੈਨ ਮੈਚੋਰਿਟੀ। ਓਕੇ, ਸੋ ਨੇਮ ਤੋਂ ਪਤਾ ਲੱਗ ਰਿਹਾ ਮੈਚੋਰਿਟੀ। ਡਿਊਰਿੰਗ ਦਿਸ ਫੇਜ਼ ਦਾ ਔਰਗੈਨਿਜ਼ਮ ਰੀਪਰੋਡਿਊਸ, ਇਸ ਫੇਜ਼ ਦੇ ਦੌਰਾਨ ਰੀਪਰੋਡਿਊਸ ਕਰਨਾ ਸ਼ੁਰੂ ਕਰ ਦਿੰਦਾ ਔਰਗੈਨਿਜ਼ਮ ਜੋ ਹੈ। ਦੇਅਰ ਇਜ਼ ਡਿਫਰੈਂਸ ਬਿਟਵੀਨ ਦਾ ਯੂਵੈਨੈਲਿਟੀ ਐਂਡ ਦਾ ਮੈਚੋਰਿਟੀ। ਓਕੇ, ਯੂਵੈਨੈਲਿਟੀ ਸਟੇਜ ਕਿਹੜੀ ਹੈਗੀ ਆ ਲਾਈਫ ਦੀ, ਕਿ ਔਰਗੈਨਿਜ਼ਮ ਜਿਹੜਾ ਹੈਗਾ ਹਜੇ ਤੱਕ ਉਹ ਕਪੈਸਿਟੀ ਡਿਵੈਲਪ ਕਰ ਰਿਹਾ, ਉਹ ਰੀਪਰੋਡਿਊਸ ਕਰ ਨਹੀਂ ਪਾਏਗਾ, ਹਜੇ ਉਹ ਕਪੈਸਿਟੀ ਡਿਵੈਲਪ ਕਰ ਰਿਹਾ ਰੀਪਰੋਡਿਊਸ ਕਰਨ ਦੀ। ਮੈਚੋਰਿਟੀ ਦੇ ਦੌਰਾਨ ਉਹ ਕੀ ਕਰ ਰਿਹਾ, ਉਹ ਰੀਪਰੋਡਿਊਸ ਕਰਨਾ ਸ਼ੁਰੂ ਕਰ ਦਿੱਤਾ ਉਹਨੇ, ਆਪਣੇ ਵਰਗੇ ਇੰਡੀਵਿਜੂਅਲਸ ਪ੍ਰੋਡਿਊਸ ਕਰਨੇ ਸ਼ੁਰੂ ਕਰ ਦਿੱਤੇ ਹੈ। ਏਜਿੰਗ, ਗ੍ਰੈਜੂਅਲੀ ਕੀ ਹੈ, ਬੋਡੀ ਜਿਹੜੀ ਹੈਗੀ ਹੈ ਔਰਗੈਨਿਜ਼ਮ ਦੀ, ਇਟ ਸਟਾਰਟਸ ਡਿਟੀਰੀਓਰੇਸ਼ਨ, ਹੈ ਨਾ। ਸੋ ਜਿੱਦਾਂ ਜਿੱਦਾਂ ਤੁਸੀਂ ਦੇਖਦੇ ਹੋ, ਅਕਸਰ ਸੁਣਦੇ ਹੋਵੋਗੇ ਘਰ ਦੇ ਵਿੱਚ ਵੀ, ਤੁਹਾਡੇ ਦਾਦਾ ਜੀ ਹੈ, ਦਾਦੀ ਜੀ ਹੈ ਨਾ, ਸੋ ਕੋਈ ਵੀ ਓਲਡ ਪਰਸਨ ਜਿਹੜਾ ਹੈਗਾ ਹੈ ਨਾ, ਉਹਦੀ ਬੋਡੀ ਦੇ ਅੰਦਰ ਵੀਕਨੈਸਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਅਕਸਰ ਦੇਖਣਾ ਕਿ ਓਲਡ ਪਰਸਨ ਜਿਹੜੇ ਹੈਗੇ ਆ, ਜੇਕਰ ਗਿਰ ਜਾਣ, ਉਹਨਾਂ ਦਾ ਬੜਾ ਧਿਆਨ ਰੱਖਣਾ ਪੈਂਦਾ, ਕਹਿੰਦੇ ਗਿਰ ਜਾਣ 'ਤੇ ਉਹਨਾਂ ਦੀ ਕੋਈ ਵੀ ਬੋਨ ਜਿਹੜੀ ਹੈਗੀ ਉਹ ਫਰੈਕਚਰ ਹੋ ਸਕਦੀ ਹੈ। ਕਿਉਂਕਿ ਜਿੱਦਾਂ ਜਿੱਦਾਂ ਏਜ ਵੱਧਦੀ ਜਾ ਰਹੀ ਹੈ, ਬੋਡੀ ਦੇ ਅੰਦਰੋਂ ਦੀ ਵਿਟਾਮਿਨ ਡੀ, ਕੈਲਸ਼ੀਅਮਸ ਹਨ, ਇਹ ਖਤਮ ਹੁੰਦੇ ਜਾ ਰਹੇ ਆ। ਇਸੇ ਤਰੀਕੇ ਦੇ ਨਾਲ ਬਜ਼ੁਰਗ ਬੰਦਾ ਜਿਹੜਾ ਹੈਗਾ, ਉਹਦੇ ਟੀਥ ਜੇਕਰ ਹੈ ਨਾ ਚਲੇ ਜਾਣ, ਇੱਕ ਵਾਰੀ ਚਲੇ ਜਾਣ ਅਤੇ ਉਹ ਦੁਬਾਰਾ ਨਹੀਂ ਆਉਣਗੇ। ਉਹ ਸਾਡੇ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਾਂਗੀ, ਇੱਕ ਡੈਫੀਨੇਸ਼ਨ ਆਉਣੀ ਹੈ ਸੈਨੀਸੈਂਸ। ਹਾਂਜੀ, ਇੱਥੇ ਹੀ ਆ ਜਾਣੀ ਹੈ, ਏਜਿੰਗ 'ਚ ਹੀ ਆ ਜਾਣੀ ਹੈ ਨਾ। ਸੋ ਬੋਡੀ ਜਿਹੜੀ ਹੈਗੀ ਆ ਔਰਗੈਨਿਜ਼ਮ ਦੀ, ਉਹਦੇ 'ਚ ਹੁਣ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ, ਦੈਟ ਇਜ਼ ਏਜਿੰਗ। ਅਤੇ ਏਜਿੰਗ ਜਿਹੜੀ ਹੈਗੀ ਆ ਹੁਣ ਕਾਹਦੇ 'ਚ ਟਰਮੀਨੇਟ ਹੋ ਗਈ ਹੈ, ਇਨਟੂ ਸੈਨੀਸੈਂਸ, ਹੈ ਨਾ। ਬਿਰਧ ਅਵਸਥਾ ਆਉਣੀ ਸ਼ੁਰੂ ਹੋ ਗਈ ਹੈ, ਪਰਸਨ ਦੀ ਉਮਰ ਵਧਣੀ ਸ਼ੁਰੂ ਹੋ ਗਈ ਸੀ ਮੈਜੋਰਟੀ ਤੋਂ ਬਾਅਦ, ਠੀਕ ਹੈ, ਪਰ ਹੁਣ ਪਰਸਨ ਕੀ ਹੋ ਚੁੱਕਾ, ਬਿਰਧ ਹੋ ਚੁੱਕਾ, ਉਹਨੂੰ ਅਸੀਂ ਸੈਨੀਸੈਂਸ ਕਹਿੰਦੇ ਹਾਂ। ਔਰ ਯੂ ਕੈਨ ਆਲਸੋ ਸੇ ਦੈਟ ਵੈਨ ਦਾ ਡਿਟੀਰੀਓਰੇਟਿੰਗ ਚੇਂਜਿਸ। ਓਕੇ, ਸੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜੇਕਰ ਬਜ਼ੁਰਗ ਪਰਸਨ ਹੈ,
ਹੈ ਨਾ। ਉਹਦੇ ਜੇਕਰ ਦੰਦ ਚਲੇ ਜਾਂਦੇ ਆ ਤਾਂ ਉਹ ਦੰਦ ਦੁਬਾਰਾ ਆਉਂਦੇ ਨਹੀਂ ਹੈ। ਛੋਟੇ ਬੱਚਿਆਂ ਦੇ ਵਿੱਚ ਤਾਂ ਆ ਜਾਂਦੇ ਆ, ਜੇਕਰ ਉਹਨਾਂ ਦੇ ਮਿਲਕੀ ਟੀਥ ਚਲੇ ਜਾਂਦੇ ਆ ਦੈਨ ਪਰਮਾਨੈਂਟ ਟੀਥ ਦੇ ਕੇ, ਹੈ ਨਾ। ਪਰ ਸੈਨੀਸੈਂਸ ਦੇ ਕੇਸ ਦੇ ਵਿੱਚ ਠੀਕ ਹੈ ਕੀ ਹੈ ਕਿ ਹੁਣ ਚੇਂਜਿਸ ਡਿਟੀਰੀਓਰੇਸ਼ਨ ਹੀ ਆਉਣੀ ਹੈ। ਸਮਝਦੇ ਪਏ ਗੱਲ ਨੂੰ ਹੁਣ, ਠੀਕ ਹੈ ਵੀ ਦੁਬਾਰਾ ਜਿਹੜੀ ਹੈਗੀ ਇੱਕ ਵਾਰੀ ਕਮੀ ਆ ਗਈ ਉਹ ਪੂਰੀ ਨਹੀਂ ਹੋਣੀ, ਠੀਕ ਹੈ। ਸੋ ਵੈਨ ਡਿਟੀਰੀਓਰੇਟਿੰਗ ਚੇਂਜਿਸ ਬਿਕਮਸ ਇਰਰਿਵਰਸੀਬਲ, ਓਕੇ, ਠੀਕ ਹੈ। ਸੋ ਬੋਡੀ ਦੇ ਅੰਦਰ ਜਿਹੜੇ ਹੁਣ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਹੁਣ ਪੂਰੀਆਂ ਨਹੀਂ ਹੋਣੀਆਂ, ਠੀਕ ਹੈ। ਦਿਸ ਸਿਚੁਏਸ਼ਨ ਔਰ ਦਿਸ ਸਟੇਜ ਇਜ਼ ਨੋਨ ਐਜ਼ ਸੈਨੀਸੈਂਸ ਐਂਡ ਦ ਲਾਸਟ ਸਟੇਜ ਆਫ ਦ ਲਾਈਫ ਸਪੈਨ ਇਜ਼ ਡੈਥ। ਸੋ +1 ਦੇ ਵਿੱਚ ਵੀ ਤੁਸੀਂ ਪੜ੍ਹੇ ਹੋਏ ਆ ਦ ਕਰੈਕਟਰਿਸਟਿਕਸ ਆਫ ਦ ਲਿਵਿੰਗ ਆਰਗੇਨਿਜ਼ਮ। ਸੋ ਦ ਟਰਮੀਨੇਸ਼ਨ ਆਫ ਆਲ ਦ ਲਾਈਫ ਐਕਟੀਵਿਟੀਜ਼ ਇਜ਼ ਕਾਲਡ ਡੈਥ। ਜਦੋਂ ਲਾਈਫ ਦੀਆਂ ਸਾਰੀਆਂ ਐਕਟੀਵਿਟੀਜ਼ ਰੁਕ ਜਾਂਦੀਆਂ ਇਨਸਾਨ ਦੀਆਂ, ਠੀਕ ਹੈ ਨਾ, ਤਾਂ ਕੀ ਕਹਿ ਦਿੰਦੇ ਆ ਕਿ ਕੀ ਹੋ ਗਈ ਹੈ, ਡੈਥ ਹੋ ਗਈ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਸਮਝਾਇਆ ਹੈਗਾ ਇਸ ਟੌਪਿਕ ਦੇ ਵਿੱਚ, ਲਾਈਫ ਸਪੈਨ, ਇੱਕ ਇੰਡੀਵਿਜੂਅਲ ਉਹਦਾ ਬਰਥ ਹੁੰਦਾ ਫਿਰ ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਵਿੱਚ ਠੀਕ ਹੈ ਕਿਹੜੀਆਂ ਕਿਹੜੀਆਂ ਉਹਦੀਆਂ ਲਾਈਫ ਸਟੇਜਿਸ ਆਉਂਦੀਆਂ ਉਹਦੇ ਬਾਰੇ 'ਚ ਦੱਸ ਦਿੱਤਾ ਨਾ। ਫਿਰ ਤੋਂ ਦੁਬਾਰਾ ਮੈਂ ਤੁਹਾਨੂੰ ਇੱਕ ਵਾਰੀ ਦੱਸਣਾ ਚਾਹਾਂਗੀ, ਲਾਈਵ ਕਲਾਸ ਦੇ ਵਿੱਚ ਵੀ ਅਸੀਂ ਦੱਸਿਆ ਸੀ, ਕੁਐਸਚਨ ਵੀ ਮੈਂ ਪੁੱਛਿਆ ਸੀ ਕਿ ਵਾਟ ਇਜ਼ ਰੀਪਰੋਡਕਸ਼ਨ। ਸੋ ਦ ਪ੍ਰੋਸੈਸ by which the living organism produce more of its own kind is called reproduction, okay। so organism ਜਿਹੜਾ ਹੈਗਾ own kind ਆਪਣੇ ਵਰਗੇ ਇੰਡੀਵਿਜੂਅਲ ਹੀ ਪੈਦਾ ਕਰਦਾ, ਠੀਕ ਹੈ। ਇਨਸਾਨ ਹੈ ਉਹ ਇਨਸਾਨ ਦੇ ਬੱਚੇ ਹੀ ਪੈਦਾ ਕਰੇਗਾ, ਠੀਕ ਹੈ। ਪਹਿਲਾਂ ਮੈਂ ਦੱਸਿਆ ਸੀਗਾ ਡੌਗ ਹੈ ਉਹ ਆਪਣੇ ਵਰਗੇ ਬੱਚੇ ਪੈਦਾ ਕਰੇਗਾ, ਬਿੱਲੀ ਹੈ ਉਹ ਆਪਣੇ ਬੱਚੇ ਪੈਦਾ ਕਰੇਗੀ, ਓਕੇ, ਠੀਕ। ਸੋ ਦਿਸ ਇਜ਼ ਦ ਡੈਫੀਨੇਸ਼ਨ of reproduction. Now the next topic is types of reproduction, okay। so there are mainly 2 types of reproduction, 10th class ਦੇ ਵਿੱਚ ਵੀ ਤੁਸੀਂ ਪੜ੍ਹੀਆਂ ਹੋਈਆਂ ਨੇ, asexual reproduction and sexual reproduction, okay। so production of the offspring by a single parent, ਹੈ ਨਾ, ਇੰਨਾ ਕੁ ਤਾਂ ਤੁਹਾਨੂੰ ਪਤਾ ਹੀ ਹੈ। A means without sex organs, okay, ਤੇ sexual means ਠੀਕ ਹੈ there is a need of sex organs, 2 partners, okay। so asexual reproduction ਕੀ ਹੈ, without sex organs। so the production of the offspring by a single parent without the formation and the fusion of the gametes, this is known as asexual reproduction। ਭਾਵੇਂ ਤੁਸੀਂ 10th ਕਲਾਸ ਦੇ ਵਿੱਚ ਵੀ ਪੜ੍ਹੀ ਹੋਈ ਆ ਬਟ ਦੇਅਰ ਇਜ਼ ਗ੍ਰੇਟ ਡਿਫਰੈਂਸਿਸ, ਠੀਕ ਹੈ। so in +2 class there is a detailed study, +2, okay। so production of offspring by single parent, asexual reproduction means without sex, ਹੈ ਨਾ, ਠੀਕ ਹੈ। ਤੁਸੀਂ ਇੱਕ ਪੇਰੈਂਟ ਤੋਂ ਹੀ ਆਪਣੇ ਵਰਗੇ ਹੋਰ ਇੰਡੀਵਿਜੂਅਲ ਪੈਦਾ ਕਰਦੇ ਨਾ, ਉਹਨੂੰ ਕਹਿੰਦੇ asexual reproduction। there is no gamete formation, ਠੀਕ ਹੈ। so there is no fusion of gametes। asexual reproduction is also known as agamogenesis or agamogeny, okay। so ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਕਿ ਵਾਈ ਇਟ ਇਜ਼ ਕਾਲਡ ਸਮੈਟੋਜੈਨਿਕ ਰਿਪਰੋਡਕਸ਼ਨ, ਠੀਕ ਹੈ। ਇੱਕ ਮੈਂ ਕੀ ਕਹਿ ਦਿੱਤਾ, ਇਹ ਸੈਕਸ਼ੂਅਲ ਰਿਪਰੋਡਕਸ਼ਨ ਨੂੰ ਅਗੈਮੋਜੈਨੇਸਿਸ ਵੀ ਕਹਿੰਦੇ ਆ ਔਰ ਅਗੈਮੋਜੈਨੀ ਵੀ ਕਹਿੰਦੇ ਆ। ਇੱਕ ਹੋਰ ਕੁਐਸਚਨ ਬਣ ਗਿਆ, ਇਹਨੂੰ ਸਮੈਟੋਜੈਨਿਕ ਰਿਪਰੋਡਕਸ਼ਨ ਕਿਉਂ ਕਹਿੰਦੇ ਆ, ਕਿਉਂਕਿ ਇਸ ਰਿਪਰੋਡਕਸ਼ਨ ਦੇ ਵਿੱਚ ਸਿਰਫ ਠੀਕ ਹੈ ਕਿਹੜੀ ਡਿਵੀਜ਼ਨ ਹੋ ਰਹੀ ਹੈ, ਮਾਈਟੋਟਿਕ ਸੈੱਲ ਡਿਵੀਜ਼ਨ ਹੋ ਰਹੀ ਹੈ। ਮੈਨੂੰ ਲੱਗਦਾ ਤੁਹਾਨੂੰ ਇੰਨਾ ਕਿਤੇ ਪਤਾ ਹੀ ਹੈ, +2 ਕਲਾਸ 'ਚ ਤੁਸੀਂ ਹੋ ਗਏ ਹੋ, ਠੀਕ ਹੈ, ਕਿ ਸੈੱਲਸ ਦੀਆਂ 2 ਤਰ੍ਹਾਂ ਦੀਆਂ ਡਿਵੀਜ਼ਨਸ ਹੁੰਦੀਆਂ ਵੈਸੇ, ਮਿਓਸਿਸ ਐਂਡ ਮਾਈਟੋਸਿਸ, ਹੈ ਨਾ। ਜਿਨ੍ਹਾਂ 'ਚ ਸੈਕਸ਼ੂਅਲ ਰਿਪਰੋਡਕਸ਼ਨ ਹੁੰਦੀ ਹੈ ਉਹਨਾਂ ਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਡਿਵੀਜ਼ਨਸ ਹੁੰਦੀਆਂ ਨੇ, ਮਾਈਟੋਟਿਕ ਵੀ ਅਤੇ ਮਿਓਟਿਕ ਵੀ। ਬਟ ਇਹ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਸਿਰਫ ਕਿਸ ਕਿਸਮ ਦੀ ਸੈੱਲ ਡਿਵੀਜ਼ਨ ਹੁੰਦੀ ਹੈ, ਮਾਈਟੋਟਿਕ ਸੈੱਲ ਡਿਵੀਜ਼ਨ। ਸੋ ਸਿੰਪਲ ਆਂਸਰ, ਪੰਜਾਬ ਬੋਰਡ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਸੋ ਇਹਨੂੰ ਸਮੈਟੋਜੈਨਿਕ ਰਿਪਰੋਡਕਸ਼ਨ ਕਿਉਂ ਕਹਿੰਦੇ ਹੈ। ਸੋ ਕੀ ਕਹਿ ਦਿੱਤਾ, ਕਿਉਂ ਕਹਿੰਦੇ ਸੈਕਸ਼ੂਅਲ ਰਿਪਰੋਡਕਸ਼ਨ ਨੂੰ ਸਮੈਟੋਜੈਨਿਕ ਰਿਪਰੋਡਕਸ਼ਨ, ਕਿਉਂਕਿ ਇਹਦੇ ਅੰਦਰ ਸਿਰਫ ਸੈੱਲਸ ਦੀ ਮਾਈਟੋਟਿਕ ਡਿਵੀਜ਼ਨ ਹੋ ਰਹੀ ਹੈ, ਠੀਕ ਹੈ। ਇਹ ਸੈਕਸ਼ੂਅਲ ਰਿਪਰੋਡਕਸ਼ਨ ਜੋ ਹੈ ਅਸੀਂ ਵੈਸੇ ਤਾਂ ਕਹਿ ਦਿੰਦੇ ਹਾਂ ਆਫ ਸਪਰਿੰਗਸ, ਯੰਗ ਵਨਸ, ਬਟ ਇਹ ਸੈਕਸ਼ੂਅਲ ਰਿਪਰੋਡਕਸ਼ਨ ਦੇ ਨਾਲ ਜਿਹੜੇ ਇੰਡੀਵਿਜੂਅਲਸ ਪੈਦਾ ਹੁੰਦੇ ਆ ਨਾ, ਠੀਕ ਹੈ ਜੀ, ਉਹਨਾਂ ਨੂੰ ਕਹਿੰਦੇ ਕਲੋਨਸ, ਠੀਕ ਹੈ। ਸੋ ਇਹ ਸੈਕਸ਼ੂਅਲ ਰਿਪਰੋਡਕਸ਼ਨ ਤੋਂ ਜਿਹੜੇ ਇੰਡੀਵਿਜੂਅਲਸ ਪੈਦਾ ਹੁੰਦੇ ਆ ਨਾ ਉਹਨਾਂ ਨੂੰ ਕਲੋਨ ਕਹਿੰਦੇ ਆ, ਠੀਕ। ਸੋ ਕਿਉਂਕਿ ਉਹ ਆਈਡੈਂਟੀਕਲ ਆਫ ਸਪਰਿੰਗਸ ਹੈ, ਉਹ ਸੇਮ ਪੇਰੈਂਟ ਵਰਗੇ ਹੀ ਹੈ। ਕਿਉਂਕਿ ਦੇਖੋ ਤੁਸੀਂ ਉਹੀ ਤਾਂ ਪੇਰੈਂਟ ਲਿਆ, ਉਸੇ ਪੇਰੈਂਟ ਨੇ ਤੁਹਾਨੂੰ ਅੱਗੇ ਜਾ ਕੇ ਡਿਟੇਲ 'ਚ ਸਮਝਾਵਾਂਗੇ, ਸਾਰਾ ਸਮਝ ਆ ਜਾਏਗਾ। ਉਸੇ ਪੇਰੈਂਟ ਨੇ ਅੱਗੋਂ ਦੀ ਡਿਵਾਈਡ ਹੋ ਕੇ ਆਪਣੇ ਵਰਗੇ ਹੋਰ ਇੰਡੀਵਿਜੂਅਲ ਬਣਾ ਦਿੱਤੇ। ਸੋ ਇਹ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਆਫ ਸਪਰਿੰਗਸ ਹੁੰਦੇ ਆ ਅਸੀਂ ਉਹਨਾਂ ਨੂੰ ਕੀ ਕਹਿ ਦਿੰਦੇ ਹਾਂ, ਕਲੋਨ। ਇਹ ਵੀ ਇੰਪੋਰਟੈਂਟ ਡੈਫੀਨੇਸ਼ਨ ਹੈ, ਪੁੱਛ ਲਈ ਜਾਂਦੀ ਹੈ ਅਕਸਰ, ਤੁਸੀਂ ਆਮ ਵੀ ਸੁਣਿਆ ਹੋਣਾ ਵੀ ਹਾਂਜੀ ਜੀ ਕਲੋਨ ਤਿਆਰ ਹੋ ਰਹੇ ਆ ਅੱਜ ਕੱਲ੍ਹ, ਓਕੇ। ਅਕਰੈਂਸ, ਇਹ ਸੈਕਸ਼ੂਅਲ ਰਿਪਰੋਡਕਸ਼ਨ ਜਿਹੜੀ ਹੈ ਮੋਸਟਲੀ ਠੀਕ ਹੈ ਅਕਰ ਕਰਦੀ ਹੈ ਇਨ ਯੂਨੀਸੈਲੂਲਰ ਆਰਗੇਨਿਜ਼ਮਸ ਸੱਚ ਐਜ਼ ਮੋਨੀਰਾਸ, ਠੀਕ ਹੈ ਜੀ। ਸੋ ਪ੍ਰੋਟਿਸਟਾ, ਇਹ ਕਿੰਗਡਮ ਤੁਹਾਨੂੰ ਸਾਰੀਆਂ ਪੜ੍ਹਾਈਆਂ ਹੋਈਆਂ +1 ਦੇ ਵਿੱਚ, ਹੈ ਨਾ। ਮੋਨੀਰਾ, ਪ੍ਰੋਟਿਸਟਾ, ਇਨ ਪਲਾਂਟਸ ਐਂਡ ਐਨੀਮਲਸ, ਹੈ ਨਾ। ਇਹਨਾਂ ਸਾਰਿਆਂ ਦੇ ਵਿੱਚ ਵੀ ਇਹ ਸੈਕਸ਼ੂਅਲ ਰਿਪਰੋਡਕਸ਼ਨ ਜਿਹੜੀ ਹੈ ਉਹ ਹੁੰਦੀ ਹੈ। Now types of asexual reproduction, ठीक है। so there are 5 types of asexual reproduction: binary fission, multiple fission, budding,
spore formation and vegetative propagation. As I have already told you, you have studied all these in the 10th class but not in detail. Okay, so there is great or so much detail in plus 2 class. Okay, now the binary fission. Okay, so I have made this table. You can also make the notes from this video. ਠੀਕ ਹੈ ਜੀ, ਬਾਕੀ ਤੁਸੀਂ ਆਪਣੀਆਂ ਬੁੱਕਸ ਤਾਂ ਲੈ ਹੀ ਲੈਣੀਆਂ ਨੇ, ਪਰ ਫਿਲਹਾਲ ਤੁਸੀਂ ਘਰ ਬੈਠੇ ਹੋਏ ਹੋ, ਫ੍ਰੀ ਹੈ, ਤੁਸੀਂ ਤੁਹਾਡੇ ਕੋਲ ਹਜੇ ਤੱਕ ਟਾਈਮ ਹੈ ਨਾ। ਠੀਕ ਹੈ, ਸੋ ਇੰਟਰਸਟ ਦੇ ਨਾਲ ਆਪਣੇ ਟੌਪਿਕਸ ਜਿਹੜੇ ਹੈਗੇ ਉਹਨਾਂ ਨੂੰ ਸੁਣੋ, ਆਪਣੇ ਨੋਟਸ ਬਣਾਓ। ਅੱਜ ਕਿਸੇ ਬੱਚੇ ਨੇ ਮੈਨੂੰ ਕੁਐਸਚਨ ਮੈਸੇਜ ਕੀਤਾ ਹੋਇਆ ਸੀ ਕਿ ਮੈਮ ਜਿਹਦੇ ਉੱਤੇ ਕੁਐਸਚਨ ਲਿਖਣੇ ਆ ਉਸ ਨੋਟਬੁੱਕ ਦੇ ਉੱਤੇ ਨੋਟਸ ਵੀ ਬਣਾਉਣੇ ਆ। ਨੋ, ਠੀਕ ਹੈ ਜੀ, ਸੋ ਜਿਹੜੀ ਸਿਰਫ ਤੁਹਾਡੀ ਕੁਐਸਚਨ ਆਨਸਰ ਵਾਲੀ ਨੋਟਬੁੱਕ ਹੈ, ਯੂ ਹੈਵ ਟੂ ਰਾਈਟ ਓਨਲੀ ਕੁਐਸਚਨ ਆਨਸਰਸ। ਓਕੇ, ਓਨਲੀ ਕੁਐਸਚਨ ਆਨਸਰਸ। ਠੀਕ, ਸੋ ਆਪਣੇ ਨੋਟਸ ਬਣਾਉਣ ਦੇ ਲਈ ਤੁਸੀਂ ਇੱਕ ਅਲੱਗ ਨੋਟਬੁੱਕ ਲਗਾਓ, ਬੁੱਕ ਤੋਂ ਆਪਣਾ ਚੈਪਟਰ ਪੜ੍ਹੋ ਅਤੇ ਨੋਟਸ ਬਣਾ ਲਓ, ਉੱਥੋਂ ਵੀ ਬਣਾ ਸਕਦੇ ਹੋ ਐਂਡ ਫਰੋਮ ਦਾ ਵੀਡੀਓ ਆਲਸੋ ਯੂ ਕੈਨ ਮੇਕ ਯੂਰ ਓਨ ਨੋਟਸ। ਓਕੇ, ਸੋ ਬਾਈਨਰੀ ਫਿਸ਼ਨ ਐਗਜ਼ਾਮਪਲਸ ਆ ਗਈ ਇਨ ਬੈਕਟੀਰੀਆ, ਪ੍ਰੋਟੋਜੋਨ, ਪ੍ਰੋਟਿਸ। ਠੀਕ ਹੈ ਜੀ, ਸੋ ਡਿਪੈਂਡਿੰਗ ਅਪੋਨ ਦਾ ਪਲੇਨਸ ਆਫ ਡਿਵੀਜ਼ਨ, ਹੈ ਨਾ, ਮੈਂ ਸਮਝਾਉਂਦੀ ਹਾਂ, ਪਲੇਨ ਆਫ ਡਿਵੀਜ਼ਨ। ਠੀਕ ਹੈ ਜੀ, ਸੋ ਔਰਗੇਨਿਜ਼ਮ ਦੀ ਪੇਰੈਂਟ ਬੋਡੀ ਦੀ ਡਿਵੀਜ਼ਨ ਜਿਹੜੀ ਹੈਗੀ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ, ਇਰਰੈਗੂਲਰ ਤਰੀਕੇ ਦੇ ਨਾਲ ਹੋ ਰਹੀ ਹੈ, ਲੌਂਗੀਚੂਡਨਲ ਲੈਂਥ ਵਾਈਜ਼ ਹੋ ਰਹੀ ਹੈ, ਜਾਂ ਟਰਾਂਸਵਰਸ ਮੀਨਸ ਕਿ ਸੈਂਟਰ ਦੇ ਵਿੱਚੋਂ ਦੀ ਹੋ ਰਹੀ ਹੈ। ਠੀਕ ਹੈ, ਸੋ ਪਲੇਨ ਆਫ ਡਿਵੀਜ਼ਨ ਦੇ ਉੱਤੇ ਡਿਪੈਂਡ ਕਰਦਿਆਂ ਹੋਇਆਂ, ਠੀਕ ਹੈ, ਸੋ ਦੇਰ ਆਰ 3 ਟਾਈਪਸ ਆਫ ਬਾਈਨਰੀ ਫਿਸ਼ਨ। ਓਕੇ, ਠੀਕ, ਤੀਸਰੀ ਤੁਹਾਡੇ ਕੋਲ ਐਗਜ਼ਾਮਪਲ ਆ ਗਈ ਬਾਈਨਰੀ ਫਿਸ਼ਨ ਦੀ ਇਨ ਪਲੈਨੇਰੀਅਨਸ। ਓਕੇ, ਆਈ ਵਿਲ ਐਕਸਪਲੇਨ ਯੂ ਲੇਟਰ ਬਾਈਨਰੀ ਫਿਸ਼ਨ ਐਗਜ਼ਾਮਪਲਸ ਆ ਗਈਆਂ। ਠੀਕ ਹੈ, ਇਟ ਅਕਰਸ ਇਨ 3 ਔਰਗੇਨਿਜ਼ਮਸ, ਇਨ ਬੈਕਟੀਰੀਆ, ਇਨ ਪ੍ਰੋਟੋਜੋਨ ਪ੍ਰੋਟਿਸਟਸ ਐਂਡ ਪਲੈਨੇਰੀਅਨਸ। ਪ੍ਰੋਟੋਜੋਨ ਪ੍ਰੋਟਿਸਟ ਦੇ ਵਿੱਚ, ਠੀਕ ਹੈ ਜੀ, ਬਾਈਨਰੀ ਫਿਸ਼ਨ ਇਟ ਇਜ਼ ਫਰਦਰ ਆਫ 3 ਟਾਈਪਸ ਡਿਪੈਂਡਿੰਗ ਅਪੋਨ ਦਾ ਪਲੇਨ ਆਫ ਡਿਵੀਜ਼ਨ। ਓਕੇ, ਨਾਓ ਸੈਕਿੰਡ ਟਾਈਪ ਤੁਹਾਡੇ ਕੋਲ ਆ ਗਈ ਮਲਟੀਪਲ ਫਿਸ਼ਨ। ਥਰਡ ਤੁਹਾਡੇ ਕੋਲ ਆ ਗਈ ਮਲਟੀਪਲ ਫਿਸ਼ਨ ਇਟ ਅਕਰਸ ਇਨ ਪਲਾਜ਼ਮੋਡੀਅਮ ਐਂਡ ਅਮੀਬਾ। ਹੁਣ ਜੇਕਰ ਤੁਸੀਂ ਕਲਾਸ ਦੇ ਵਿੱਚ ਹੁੰਦੇ ਤਾਂ ਮੈਂ ਤੁਹਾਨੂੰ ਕੁਐਸਚਨ ਪੁੱਛਦੀ, ਠੀਕ ਹੈ ਜੀ, ਕਿ ਪਲਾਜ਼ਮੋਡੀਅਮ ਕੀ ਹੈ। ਕਈ ਵਾਰੀ ਬੱਚਿਆਂ ਨੂੰ ਪਤਾ ਵੀ ਹੁੰਦਾ, ਇੱਕ ਦੋ ਨੂੰ, ਕਈ ਵਾਰੀ ਨਹੀਂ ਵੀ ਪਤਾ ਹੁੰਦਾ। ਸੋ ਪਲਾਜ਼ਮੋਡੀਅਮ ਬੱਚੇ ਅੱਗੇ ਜਾ ਕੇ ਡਿਟੇਲ 'ਚ ਵੀ ਦੱਸਾਂਗੇ, ਮਲੇਰੀਅਲ ਪੈਰਾਸਾਈਟ ਹੁੰਦਾ ਹੈ। ਅਸੀਂ ਕਹਿ ਦਿੰਦੇ ਹਾਂ ਨਾ ਕਿ ਅਸੀਂ ਆਮ ਪੁੱਛਦੇ ਹਾਂ ਕਿ ਹਾਂਜੀ ਜੀ ਮਲੇਰੀਆ ਕਿਸ ਤਰ੍ਹਾਂ ਹੁੰਦਾ। ਠੀਕ ਹੈ ਜੀ, ਸੋ ਆਮ ਲੋਕੀ ਕਹਿ ਦਿੰਦੇ ਆ, ਪੜ੍ਹੇ ਲਿਖੇ ਲੋਕੀ ਵੀ ਇਹੀ ਕਹਿ ਦਿੰਦੇ ਆ ਬਿਕੋਜ਼ ਆਫ ਮੋਸਕੀਟੋ, ਐਨਾਫਲੀਜ਼। ਇੰਨਾ ਕੁ ਪਤਾ ਹੁੰਦਾ ਕਿ ਐਨਾਫਲੀਜ਼ ਫੀਮੇਲ, ਬਟ ਐਕਚੁਅਲੀ ਕੀ ਹੈ, ਮੋਸਕੀਟੋ ਇਜ਼ ਦਾ ਕੈਰੀਅਰ, ਮੋਸਕੀਟੋ ਤਾਂ ਜਸਟ ਕੈਰੀਅਰ ਹੈ ਨਾ। ਸੋ ਐਕਚੁਅਲੀ ਦੇ ਵਿੱਚ, ਠੀਕ ਹੈ, ਸੋ ਇਹ ਮਲੇਰੀਅਲ ਪੈਰਾਸਾਈਟ ਹੈ ਪਲਾਜ਼ਮੋਡੀਅਮ, ਜਿਹਦੇ ਕਰਕੇ ਕਿ ਮਲੇਰੀਆ ਹੁੰਦਾ। ਓਕੇ, ਨਾਓ ਅਮੀਬਾ, ਬਡਿੰਗ ਇਨ ਯੀਸਟ ਹਾਈਡਰਾ, ਸਮਝਦੇ ਪਿਓ। ਓਕੇ, ਯੀਸਟ ਅਤੇ ਹਾਈਡਰਾ ਦੇ ਵਿੱਚ ਬਡਿੰਗ ਦੇ ਨਾਲ ਹੁੰਦੀ ਹੈ। ਫਿਰ ਸਪੋਰ ਫੋਰਮੇਸ਼ਨ ਸਮਝਾਵਾਂਗੇ, ਉਹਦੇ ਦੁਆਰਾ ਵੀ ਇਹ ਸੈਕਸ਼ੂਅਲ ਰਿਪਰੋਡਕਸ਼ਨ ਹੁੰਦੀ ਹੈ। ਦੈਨ ਵੈਜੀਟੇਟਿਵ ਰਿਪਰੋਡਕਸ਼ਨ। ਓਕੇ, ਨਾਓ ਵੀ ਵਿਲ ਸਟੱਡੀ ਇਟ ਇਨ ਡਿਟੇਲਸ। ਸੋ ਦਿਸ ਇਜ਼ ਬਾਈਨਰੀ ਫਿਸ਼ਨ. So now plus 2 class, first type of asexual reproduction, I am going to explain, that is binary fission. Bi means 2. Okay, so fission means division. So binary fission, it is the division of parent body into 2 small nearly equal sized daughter individuals. ठीक है जी, सो पेरेंट बॉडी का 2 बराबर साइज़ ਦੇ ਡਾਟਰ ਇੰਡੀਵਿਜੂਅਲਸ ਦੇ ਵਿੱਚ ਡਿਵਾਈਡ ਕਰ ਜਾਣਾ, 2 ਹੈ ਨਾ, 2 ਡਾਟਰ ਇੰਡੀਵਿਜੂਅਲਸ 'ਚ ਡਿਵਾਈਡ ਕਰ ਜਾਣਾ, ਦਿਸ ਇਜ਼ ਨੋਨ ਐਜ਼ ਬਾਈਨਰੀ ਫਿਸ਼ਨ। ਓਕੇ, ਸੋ ਐਜ਼ ਆਈ ਹੈਵ ਆਲਰੇਡੀ ਟੋਲਡ ਯੂ, ਬਾਈਨਰੀ ਫਿਸ਼ਨ ਇਟ ਅਕਰਸ ਇਨ ਬੈਕਟੀਰੀਆ। So 3 marks question it can come. Okay, so in bacteria, okay, so as you know the structure of bacteria, there is no true nucleus, there is a nucleoid, cytoplasm and cell wall. ठीक, so binary fission जो है, ठीक है, we will now explain in bacteria. These are the diagrams for the binary fission in bacteria as you are watching. So cell wall जो है, ਠੀਕ ਹੈ, ਸੋ ਉਹ ਕੀ ਹੈ, ਅੰਦਰ ਨੂੰ ਡਿਵਾਈਡ ਹੋਣਾ ਸ਼ੁਰੂ ਹੋ ਗਈ। ਜੇ ਤੁਹਾਨੂੰ ਯਾਦ ਹੈ ਤਾਂ +1 ਦੇ ਵਿੱਚ ਵੀ ਤੁਸੀਂ ਬੈਕਟੀਰੀਅਲ ਸੈੱਲ ਡਰਾ ਕੀਤਾ ਹੋਏਗਾ। ਇੱਥੇ ਇੱਕ ਮੀਜ਼ੋਜ਼ੋਮ, ਹੁਣ ਪੂਰਾ ਸਟਰਕਚਰ ਨਹੀਂ ਨਾ ਬੈਕਟੀਰੀਆ ਦਾ ਇੱਦਾਂ ਡਰਾ ਕਰ ਸਕਦੇ ਹਾਂ, ਤੁਹਾਨੂੰ ਪਤਾ ਕਿ ਇੱਥੇ ਇੱਕ ਗੋਲ ਜਿਹਾ ਸਟਰਕਚਰ ਪ੍ਰੈਜ਼ੈਂਟ ਹੁੰਦਾ, ਜਿਹਨੂੰ ਕਿ ਅਸੀਂ ਕੀ ਕਹਿ ਦਿੰਦੇ ਹਾਂ, ਮੀਜ਼ੋਜ਼ੋਮ ਕਹਿ ਦਿੰਦੇ ਹਾਂ। ਨਿਊਕਲੀਆਇਡ ਦੇਖੋ ਕਿਸ ਤਰੀਕੇ ਦੇ ਨਾਲ ਡਿਵਾਈਡ ਹੋਣਾ ਸ਼ੁਰੂ ਹੋ ਗਿਆ। ਸੈੱਲ ਵਾਲ ਜਿਹੜੀ ਹੈਗੀ ਹੈ, ਸੈੱਲ ਮੈਂਬਰੇਨ, ਸੈੱਲ ਵਾਲ, ਇਹ ਅੰਦਰ ਨੂੰ ਕੰਸਟ੍ਰਿਕਟ ਹੋਣਾ ਸ਼ੁਰੂ ਹੋ ਗਈ ਅਤੇ ਉੱਥੇ ਇੰਨੀ ਜ਼ਿਆਦਾ ਡੀਪ ਹੋ ਗਈ, ਠੀਕ ਹੈ, ਕਿ 2 ਤੁਹਾਨੂੰ ਹੁਣ ਇੱਥੇ ਹੀ ਡਾਟਰ ਇੰਡੀਵਿਜੂਅਲਸ ਇੱਕ ਤਰ੍ਹਾਂ ਦੇ ਨਜ਼ਰ ਆਉਣੇ ਸ਼ੁਰੂ ਹੋ ਗਏ। ਠੀਕ ਹੈ ਜੀ, ਸੋ ਦੋਨਾਂ ਦੇ ਅੰਦਰ ਥੋੜ੍ਹਾ ਨਿਊਕਲੀਓਇਡ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਉਹ ਜਾ ਚੁੱਕਾ। ਸੈੱਲ ਵਾਲ ਜਿੱਦਾਂ ਜਿੱਦਾਂ ਡੀਪ
ਅੰਦਰ ਨੂੰ ਡਿਵਾਈਡ ਹੁੰਦੀ ਜਾ ਰਹੀ ਹੈ, ਠੀਕ ਹੈ। ਦੋ ਇੰਡੀਵਿਜੂਅਲਸ ਜਿਹੜੇ ਹੈਗੇ ਆ ਉਹ ਇੱਕ ਦੂਸਰੇ ਤੋਂ ਸੈਪਰੇਟ ਹੋ ਗਏ, ਭਾਵੇਂ ਥੋੜ੍ਹੇ ਥੋੜ੍ਹੇ ਜੁੜੇ ਆ, ਠੀਕ। ਤੋਂ ਲਾਸਟ ਦੇ ਵਿੱਚ, ਠੀਕ ਹੈ, ਕੀ ਹੈ ਕਿ ਬਿਲਕੁਲ ਨਿਊ ਟੂ ਡਾਟਰ ਇੰਡੀਵਿਜੂਅਲਸ ਜਿਹੜੇ ਆ, ਦੇਰ ਇਜ਼ ਫੋਰਮੇਸ਼ਨ ਆਫ ਟੂ ਡਾਟਰ ਇੰਡੀਵਿਜੂਅਲਸ ਫਰੋਮ ਦਾ ਸਿੰਗਲ ਪੇਰੈਂਟ। ਦੈਟਸ ਵਾਈ ਦਿਸ ਇਜ਼ first of all this is asexual reproduction because there is a single parent, okay। And second thing, there is formation of two daughter individuals from the parent cell, so this is the example of binary fission, ठीक है जी। सो एक बारी मैं फिर तो दोबारा एक्सप्लेन कर देना चाहती हाँ, ठीक है। सो बाइनरी फिशन इन बैक्टीरिया, ठीक है। सो डिटेल ਦੇ ਵਿੱਚ ਜੋ ਤੁਸੀਂ ਯਾਦ ਕਰਨਾ ਹੁੰਦਾ, ਇਟ ਇਜ਼ ਦ ਮੋਸਟ ਕਾਮਨ ਮੈਥਡ ਆਫ asexual reproduction in actively growing bacteria। the cytoplasm and the nucleoid, मैं दस दिता कि nucleoid की हुंदा है, divide in equally into two without mitosis, ठीक है। as you know these are the lower organisms, these are the prokaryotes, so mitosis division ਦਾ ਇੱਥੇ ਕੋਈ ਮਤਲਬ ਨਹੀਂ ਹੈਗਾ, ਬਸ cytoplasm nucleoid divide ਕਰ ਜਾਂਦੇ ਆ। during the division of the nucleoid the DNA replicates while attached to the mesosomes। ਕੋਈ ਗੱਲ ਨਹੀਂ, ਪਤਾ ਤੁਹਾਨੂੰ ਕਿ ਮੀਜ਼ੋਜ਼ੋਮ ਕੀ ਹੈ, ਚਾਹੇ ਡਾਇਗਰਾਮ ਦੇ ਵਿੱਚ ਨਹੀਂ ਸ਼ੋ ਹੋਇਆ ਪਿਆ। DNA ਕੀ ਕਰ ਜਾਂਦਾ, ਆਪਣੇ ਆਪ ਨੂੰ ਰੈਪਲੀਕੇਟ ਕਰ ਲੈਂਦਾ। ਰੈਪਲੀਕੇਟ ਕਰਨ ਦਾ ਮਤਲਬ ਆਪਣੇ ਵਰਗੀ ਹੋਰ ਕਾਪੀ ਪੈਦਾ ਕਰ ਦਿੰਦਾ, ਠੀਕ ਹੈ ਜੀ। ਸੋ ਮੀਜ਼ੋਜ਼ੋਮ ਦੇ ਨਾਲ ਅਟੈਚਡ ਹੀ DNA ਜਿਹੜਾ ਹੈਗਾ ਆਪਣੇ ਵਰਗੀ ਹੋਰ ਕਾਪੀ ਤਿਆਰ ਕਰ ਲੈਂਦਾ। ਅ ਨਿਊ ਮੀਜ਼ੋਜ਼ੋਮ ਡਿਵੈਲਪਸ ਵਿਚ ਗੈਟ ਅਟੈਚਡ ਟੂ ਦਾ ਡਾਟਰ ਕ੍ਰੋਮੋਜ਼ੋਮਸ, ਓਕੇ। ਫਿਰ ਕਹਿੰਦੇ ਇੱਕ ਨਵਾਂ ਮੀਜ਼ੋਜ਼ੋਮ ਵੀ ਬਣ ਜਾਂਦਾ ਹੋਰ, ਠੀਕ ਹੈ। ਸੋ ਉਹ ਡਾਟਰ ਕ੍ਰੋਮੋਜ਼ੋਮ ਦੇ ਨਾਲ ਅਟੈਚ ਕਰ ਜਾਂਦਾ। ਐਟ ਦਾ ਸੇਮ ਟਾਈਮ ਸੈੱਲ ਵਾਲ ਪਲਾਜ਼ਮਾ ਮੈਂਬਰੇਨ ਗਰੋ ਕਰਨਾ ਸ਼ੁਰੂ ਕਰ ਦਿੰਦੇ ਟ੍ਰਾਂਸਵਰਸਲੀ ਇਨਵਰਡ, ਠੀਕ ਹੈ, ਫਰੋਮ ਨੀਅਰ ਦਾ ਮਿਡਲ ਆਫ ਦਾ ਡਿਵਾਈਡਿੰਗ ਸੈੱਲ। ਮੈਂ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖਾਈ ਚੁੱਕੀ ਹਾਂ। ਬਿਟਵੀਨ ਦਾ ਟੂ ਮੀਜ਼ੋਸੋਮਸ ਦਾ ਡਿਵਾਈਡਿੰਗ ਸੈਪਟਮ ਓਰੀਜੀਨੇਟਸ ਸੈਂਟਰੀਪਿਟਲੀ। ਸੈਂਟਰੀਪਿਟਲੀ ਦਾ ਕੀ ਮਤਲਬ ਹੈ, ਬਾਹਰੋਂ ਤੋਂ ਅੰਦਰ ਨੂੰ, ਠੀਕ ਹੈ। ਸੋ ਇਹ ਜੋ ਡਿਵਾਈਡਿੰਗ ਸੈਪਟਮ ਬਣ ਰਿਹਾ, ਆ ਦੇਖੋ ਆ ਡੀਪ ਹੁੰਦਾ ਜਾ ਰਿਹਾ ਹੈ, ਠੀਕ ਹੈ। ਸੈੱਲ ਵਾਲ ਪਲਾਜ਼ਮਾ ਮੈਂਬਰੇਨ ਹੈ ਨਾ, ਡਿਵਾਈਡ ਹੁੰਦੀਆਂ ਜਾ ਰਹੀਆਂ ਨੇ। ਇਹ ਸੈਪਟਮ ਜੋ ਬਣ ਰਿਹਾ ਇਹ ਕਿਸ ਤਰੀਕੇ ਨਾਲ ਬਣ ਰਿਹਾ, ਸੈਂਟਰੀਪਿਟਲੀ, ਓਕੇ। ਅਤੇ ਜਿਹੜਾ ਕਿ ਕੀ ਕਰੇਗਾ, ਸੈਪਰੇਟ ਕਰ ਦੇਗਾ ਪੇਰੈਂਟ ਸੈੱਲ ਨੂੰ, ਠੀਕ ਹੈ, ਕਾਹਦੇ ਵਿੱਚ ਬਦਲ ਦੇਗਾ, ਟੂ ਡਾਟਰ ਇੰਡੀਵਿਜੂਅਲਸ ਦੇ ਵਿੱਚ ਬਦਲ ਦੇਗਾ, ਓਕੇ। ਡਾਟਰ ਇੰਡੀਵਿਜੂਅਲਸ ਦੇ ਵਿੱਚ, ਠੀਕ ਹੈ ਜੀ। ਇਹ ਸੈੱਲ ਫਿਰ ਇੱਕ ਦੂਜੇ ਤੋਂ ਸੈਪਰੇਟ ਕਰ ਜਾਣਗੇ, ਠੀਕ ਹੈ, ਜਾਂ ਫਿਰ ਥੋੜ੍ਹੇ ਸਮੇਂ ਦੇ ਲਈ ਇੱਕ ਦੂਸਰੇ ਦੇ ਨਾਲ ਅਟੈਚਡ ਵੀ ਰਹਿ ਸਕਦੇ ਆ। ਅੰਡਰ ਫੇਵਰੇਬਲ ਕੰਡੀਸ਼ਨਸ ਬਾਈਨਰੀ ਫਿਸ਼ਨ ਜਿਹੜੀ ਹੈਗੀ ਆ ਉਹ ਕੰਪਲੀਟ ਹੋ ਜਾਂਦੀ ਹੈ। ਦੀਜ਼ ਆਰ ਦਾ ਇੰਪੋਰਟੈਂਟ ਓਬਜੈਕਟਿਵ ਟਾਈਪ ਕੁਐਸਚਨਸ, ਓਕੇ। ਸੋ ਬਾਈਨਰੀ ਫਿਸ਼ਨ ਜੋ ਹੈ ਕੰਪਲੀਟ ਹੋ ਜਾਂਦੀ ਹੈ ਅੰਡਰ ਫੇਵਰੇਬਲ ਕੰਡੀਸ਼ਨਸ 20 to 30 ਮਿੰਟਸ ਦੇ ਵਿੱਚ। ਸੋ ਲਾਰਜ ਨੰਬਰ ਆਫ ਬੈਕਟੀਰੀਆ ਸੈਲਸ ਪ੍ਰੋਡਿਊਸ ਕੀਤੇ ਜਾ ਸਕਦੇ ਆ ਇਨ 24 hours, okay। So this was binary fission in bacteria। Now the second example ਜਿਹੜੀ ਹੈ for binary fission in protozoan protists, okay। So protozoan protists ਦੇ ਵਿੱਚ ਬੱਚੇ ਆ ਜਾਂਦੇ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ, ਓਕੇ, ਠੀਕ। ਸੋ ਸਭ ਤੋਂ ਫਸਟ ਆਫ ਆਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ binary fission in protozoan protist depending upon the plane of division, okay। So first of all irregular, ਠੀਕ ਹੈ ਜੀ। ਅਮੀਬਾ ਤੁਹਾਨੂੰ ਪਤਾ ਹੀ ਹੈ, ਸਾਰੇ ਬੱਚਿਆਂ ਨੂੰ ਪਤਾ, ਦੇਖੋ ਡਾਇਗਰਾਮ ਵੀ ਬਣਾਈ ਹੋਈ ਹੈ, ਠੀਕ ਹੈ। ਸੋ ਅਮੀਬਾ ਦੀ ਡਾਇਗਰਾਮ ਹੈਗੀ ਹੈ, ਨਿਊਕਲੀਅਸ ਹੈ ਸੈਂਟਰ ਦੇ ਵਿੱਚ, ਇਹਦੀ ਇਰਰੈਗੂਲਰ ਬੋਡੀ ਹੁੰਦੀ ਹੈ। ਦੇਖੋ ਨਿਊਕਲੀਅਸ ਕਿੱਦਾਂ ਇਲੋਂਗੇਟ ਕਰ ਗਿਆ, ਹੈ ਨਾ। ਪੈਰੈਂਟਲ ਬੋਡੀ ਜਿਹੜੀ ਹੈਗੀ ਸੈਂਟਰ 'ਚੋਂ ਡਿਵਾਈਡ ਹੋਣਾ ਸ਼ੁਰੂ ਹੋ ਗਈ, ਹੋਰ ਡੀਪ ਸੈਂਟਰ 'ਚੋਂ, ਹੈ ਨਾ, ਉਹਦੇ ਅੰਦਰ ਇਸ ਤਰੀਕੇ ਦੇ ਨਾਲ ਫੋਲਡ ਬਣ ਗਏ, ਅਤੇ ਫਿਰ ਬਾਅਦ ਦੇ ਵਿੱਚ ਕੀ ਹੋ ਗਿਆ, ਟੂ ਡਾਟਰ ਅਮੀਬਾ ਬਣ ਗਏ, ਓਕੇ। ਦਿਸ ਇਜ਼ ਬਾਈਨਰੀ ਫਿਸ਼ਨ ਇਨ ਅਮੀਬਾ। ਸੋ ਇੱਥੇ ਪਲੇਨ ਆਫ ਡਿਵੀਜ਼ਨ ਇਨ ਦਿਸ ਕੇਸ ਇਰਰੈਗੂਲਰ, ਠੀਕ ਹੈ। ਕੋਈ ਪਤਾ ਨਹੀਂ ਹੈ ਵੀ ਕਿੱਧਰੋਂ ਦੀ ਬੈਕਟੀਰੀਆ ਅਮੀਬਾ ਜਿਹੜਾ ਹੈਗਾ ਉਹ ਡਿਵਾਈਡ ਕੀਤਾ, ਠੀਕ ਹੈ ਜੀ। ਪਲੇਨ ਆਫ ਡਿਵੀਜ਼ਨ ਕੀ ਸੀ, ਇਰਰੈਗੂਲਰ ਸੀ, ਕੋਈ ਪਰਟੀਕੂਲਰ ਪਲੇਨ ਆਫ ਡਿਵੀਜ਼ਨ ਨਹੀਂ ਸੀ, ਓਕੇ। ਇਨ ਯੂਗਲੀਨਾ, ਨਾਓ ਬਾਈਨਰੀ ਫਿਸ਼ਨ ਇਨ ਯੂਗਲੀਨਾ longitudinal। There are 3 types of binary fission in protozoan protists, okay, depending upon the plane of division, okay। Irregular, longitudinal। Longitudinal binary fission in Euglena, okay, as the diagram indicates, this is Euglena, okay। So ਇੱਕ Euglena ਜੋ ਹੈ ਪੇਰੈਂਟ ਬੋਡੀ ਜਿਹੜੀ ਹੈਗੀ ਆ ਤੁਸੀਂ ਇੱਥੇ ਦੇਖ ਰਹੇ ਹੋ, ਇਹਦੇ ਵਰਗਾ ਹੀ ਇੱਕ ਇਹ ਬਣ ਗਿਆ, ਇੱਕ ਇਹ ਬਣ ਗਿਆ, ਹੈ ਨਾ, ਠੀਕ ਹੈ। ਨਿਊਕਲੀਅਸ ਦੇਖੋ ਸੈਂਟਰ ਦੇ ਵਿੱਚ ਇਲੋਂਗੇਟ ਕਰ ਗਿਆ, ਹੁਣ ਇਹਨੇ ਵੀ ਡਿਵਾਈਡ ਕਰ ਜਾਣਾ ਨਿਊਕਲੀਅਸ ਨੇ, ਠੀਕ ਜੀ। ਸੋ ਇਹ ਡਿਵੀਜ਼ਨ ਜਿਹੜੀ ਹੈਗੀ ਆ ਹੋਰ ਸੈਂਟਰ ਦੇ ਵਿੱਚੋਂ ਦੀ, ਠੀਕ ਹੈ, ਡਿਵਾਈਡ ਕਰ ਰਿਹਾ ਯੂਗਲੀਨਾ, ਅਤੇ ਸਾਫ਼ ਦੇਖਣ 'ਚ ਨਜ਼ਰ ਆ ਰਿਹਾ ਇਹਦੇ ਕੋਲ ਵੀ ਇੱਕ ਨਿਊਕਲੀਅਸ ਚਲਾ ਗਿਆ ਇਸ ਡਾਟਰ ਇੰਡੀਵਿਜੂਅਲ ਦੇ ਕੋਲ ਵੀ, ਭਾਵੇਂ ਉਹ ਹਜੇ ਤੱਕ ਅਟੈਚਡ ਨੇ, ਟੂ ਡਾਟਰ ਇੰਡੀਵਿਜੂਅਲਸ ਆਰ ਅਟੈਚਡ। ਇਹਦੇ ਕੋਲ ਵੀ ਆਪਣਾ ਨਿਊਕਲੀਅਸ ਆ ਗਿਆ, ਇਹਦੇ ਕੋਲ ਵੀ ਆਪਣਾ ਫਲੈਜੈਲਾ ਆ ਗਿਆ, ਓਕੇ, ਇਹਦੇ ਕੋਲ ਵੀ ਆ ਗਿਆ। ਤਾਂ ਦੇਖੋ ਹੈ ਨਾ 2 ਡਾਟਰ ਇੰਡੀਵਿਜੂਅਲਸ ਸੇਮ ਐਜ਼ ਪੇਰੈਂਟਸ। ਸੋ ਦਿਸ ਇਜ਼ ਬਾਈਨਰੀ ਫਿਸ਼ਨ।
ਦਿਸ ਇਜ਼ ਲੌਂਗੀਟਿਊਡਨਲ ਬਾਈਨਰੀ ਫਿਸ਼ਨ। ਇਹ ਪੇਰੈਂਟ ਬੋਡੀ ਜਿਹੜੀ ਕਿਸ ਤਰੀਕੇ ਨਾਲ ਡਿਵਾਈਡ ਕੀਤੀ ਹੈ, ਲੈਂਥ ਵਾਈਜ਼। ਇਸੇ ਤਰੀਕੇ ਦੇ ਨਾਲ ਪੈਰਾਮੀਸ਼ੀਅਮ ਦੇ ਵਿੱਚ ਇਹ ਪੇਰੈਂਟ ਬੋਡੀ ਹੈ ਪੈਰਾਮੀਸ਼ੀਅਮ ਦੀ, ਉਹਦੇ ਅੰਦਰ ਨਿਊਕਲੀਅਸ ਹੈ, ਵੈਕਿਊਲ ਹੈ, ਇਹ ਦੇਖੋ ਇਹ ਸੈਂਟਰ ਦੇ ਵਿੱਚੋਂ ਦੀ ਡਿਵਾਈਡ ਕੀਤੀ ਹੈ, ਤੇ 2 ਡਾਟਰ ਇੰਡੀਵਿਜੂਅਲਸ ਬਣ ਗਏ ਆ, 2 ਪੈਰਾਮੀਸ਼ੀਅਮ ਬਣ ਗਏ ਆ, ਠੀਕ ਹੈ। ਦਿਸ ਇਜ਼ ਟਰਾਂਸਵਰਸ ਬਾਈਨਰੀ ਫਿਸ਼ਨ। ਤਾਂ ਦੇਖੋ ਹਰ ਕੇਸ ਦੇ ਵਿੱਚ ਦੇਅਰ ਆਰ 2 ਨਿਊ ਇੰਡੀਵਿਜੂਅਲਸ, ਦੇਅਰ ਆਰ 2 ਡਾਟਰ ਇੰਡੀਵਿਜੂਅਲਸ, ਓਕੇ। ਸੋ ਦਿਸ ਇਜ਼ ਬਾਈਨਰੀ ਫਿਸ਼ਨ ਇਨ ਪ੍ਰੋਟੋਜ਼ੋਨ ਪ੍ਰੋਟਿਸਟ। ਤੀਸਰੀ ਐਗਜ਼ਾਮਪਲ ਜੋ ਤੁਹਾਡੇ ਕੋਲ ਆ ਗਈ, ਠੀਕ ਹੈ ਜੀ, ਡਾਇਗਰਾਮ ਦੇਖੋ, ਪਲੈਨੇਰੀਅਨਸ, ਇਹ ਲੋਅਰ ਔਰਗੇਨਿਜ਼ਮਸ ਹੁੰਦੇ ਆ ਪਾਣੀ ਦੇ ਅੰਦਰ, ਠੀਕ ਹੈ ਜੀ। ਸੋ ਪਲੈਨੇਰੀਅਨਸ ਜਿਹੜੇ ਹੈਗੇ ਆ, ਇਹਦੇ ਵਿੱਚ ਕੀ ਆ, ਪਲੈਨੇਰੀਅਨਸ ਡਿਵਾਈਡ ਕਰਦੇ ਆ ਇਹ ਵੀ ਟਰਾਂਸਵਰਸ ਬਾਈਨਰੀ ਫਿਸ਼ਨ ਦੇ ਦੁਆਰਾ। ਜਿਸ ਤਰੀਕੇ ਦੇ ਨਾਲ ਪੈਰਾਮੀਸ਼ੀਅਮ ਦੇ ਵਿੱਚ ਵੀ ਟਰਾਂਸਵਰਸ ਸੀਗੇ ਨਾ, ਪਲੈਨੇਰੀਅਨਸ ਵੀ ਜਿਹੜੇ ਹੁੰਦੇ ਆ, ਦੇਖੋ ਇਹ ਕਿੱਦਾਂ ਦੇ ਔਰਗੇਨਿਜ਼ਮ ਹੈਗੇ ਆ, ਹੈ ਨਾ, ਇਸ ਤਰ੍ਹਾਂ ਹੀ ਆ। ਬੋਡੀ ਇਲੋਂਗੇਟ ਕਰ ਜਾਂਦੀ ਹੈ, 2 ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਤੇ ਇਹ ਦੋਨੋਂ ਟੁਕੜੇ ਦੇਖੋ ਇਹਨਾਂ ਨੇ ਇਹਨੇ ਵੀ ਅਲੱਗ ਪਲੈਨੇਰੀਅਨ ਬਣਾ ਦਿੱਤਾ, ਇਹਨੇ ਵੀ ਅਲੱਗ ਪਲੈਨੇਰੀਅਨ ਬਣਾ ਦਿੱਤਾ, ਬਿਕੋਜ਼ ਦਿਸ ਇਜ਼ ਆਲਸੋ ਐਗਜ਼ਾਮਪਲ ਆਫ ਬਾਈਨਰੀ ਫਿਸ਼ਨ, ਓਕੇ। ਸੋ ਦੇਰ ਇਜ਼ ਆਲਸੋ ਟਰਾਂਸਵਰਸ ਬਾਈਨਰੀ ਫਿਸ਼ਨ ਹੈ। ਇਹ ਵਾਰਮ ਹੈ ਇੱਕ, ਠੀਕ ਹੈ ਜੀ। ਇਹ ਵਾਰਮ ਕੀ ਕਰਦਾ ਹੈਗਾ, ਆਪਣੀ ਬੋਡੀ ਦਾ ਜਿਹੜਾ ਪੋਸਟੀਰੀਅਰ ਪਾਰਟ ਹੁੰਦਾ ਹੈ ਉਹਨੂੰ ਫਿਰਮਲੀ ਅਟੈਚ ਕਰ ਦਿੰਦਾ ਕਿਸੇ ਵੀ ਸਬਸਟ੍ਰੇਟਮ ਦੇ ਨਾਲ। ਬੱਚੇ ਸਬਸਟ੍ਰੇਟਮ ਹੁੰਦਾ ਕਿ ਜੇਕਰ ਕੋਈ ਔਰਗੇਨਿਜ਼ਮ ਪਾਣੀ ਦੇ ਵਿੱਚ ਰਹਿ ਰਿਹਾ ਤਾਂ ਹੋ ਸਕਦਾ ਉਹ ਕਿਸੇ ਪੱਥਰ ਦੇ ਨਾਲ ਜਾ ਕੇ ਜੁੜ ਜਾਏ, ਕਿਸੇ ਵੀ ਸਖਤ ਚੀਜ਼ ਦੇ ਨਾਲ ਜਾ ਕੇ ਜੁੜ ਜਾਏ। ਜਿੱਦਾਂ ਜੇਕਰ ਅਸੀਂ ਮੰਨ ਲਓ ਕਿਸੇ ਸਟੇਜ ਉੱਪਰ ਖੜੇ ਹਾਂ, ਹੈ ਨਾ, ਠੀਕ ਹੈ। ਸੋ ਸਟੇਜ ਕੀ ਹੈ, ਸਬਸਟੇਟਮ ਹੋਏਗਾ ਸਾਡੇ ਲਈ। ਸੋ ਇਹਦੇ ਕੀ ਕਰਦਾ, ਇਹਦੀ ਬੋਡੀ ਦਾ ਜਿਹੜਾ ਪੋਸਟੀਰੀਅਰ ਐਂਡ ਹੈ, ਸਮਝਦੇ ਪਏ ਹੋ ਨਾ ਗੱਲ ਨੂੰ, ਆ ਪਿੱਛੇ ਵਾਲਾ ਜਿਹੜਾ ਐਂਡ ਹੈਗਾ, ਇਹਦੇ ਦੁਆਰਾ ਇਹ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜਾ ਕੇ, ਅਸੀਂ ਸਬਸਟੇਟਮ ਉਹਨੂੰ ਕਵਾਂਗੇ, ਉਹਦੇ ਨਾਲ ਜਾ ਕੇ ਜੁੜ ਜਾਏਗਾ। ਇਹਦਾ ਜਿਹੜਾ ਇੰਟੀਰੀਅਰ ਐਂਡ ਹੈ, ਨੈਚੁਰਲੀ ਜਦੋਂ ਇਹ ਪੋਸਟੀਰੀਅਰ ਐਂਡ ਕਿਸੇ ਚੀਜ਼ ਨਾਲ ਜੁੜਿਆ ਹੋਇਆ, ਠੀਕ ਹੈ ਜੀ। ਸੋ ਠੀਕ ਹੈ, ਸੋ ਇੰਟੀਰੀਅਰ ਐਂਡ ਜਿਹੜਾ ਹੈਗਾ ਉਹ ਮੂਵ ਕਰਦਾ ਰਹੇਗਾ, ਠੀਕ ਹੈ, ਉਹ ਇਸ ਤਰੀਕੇ ਦੇ ਨਾਲ ਹਿਲਦਾ ਰਹੇਗਾ। ਪੋਸਟੀਰੀਅਰ ਐਂਡ ਜੁੜ ਜਾਏਗਾ ਕਿਸੇ ਚੀਜ਼ ਦੇ ਨਾਲ ਜਾ ਕੇ, ਇੰਟੀਰੀਅਰ ਐਂਡ ਜਿਹੜਾ ਹੈਗਾ ਉਹ ਅੱਗੇ ਨੂੰ ਮੂਵ ਕਰਦਾ ਰਹੇਗਾ ਇਸ ਤਰੀਕੇ ਦੇ ਨਾਲ, ਠੀਕ ਹੈ ਜੀ। ਇੰਟੀਰੀਅਰ ਪਾਰਟ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਪੁੱਲ ਕਰੇਗਾ ਪੋਸਟੀਰੀਅਰ ਪਾਰਟ ਨਾਲੋਂ, ਥੋੜ੍ਹੀ ਜਿਹੀ ਉਹਨੂੰ ਖਿੱਚ ਪਏਗੀ, ਹੈ ਨਾ, ਕਿਉਂਕਿ ਪਾਰਟ ਦੋਨੋਂ ਜੁੜੇ ਤਾਂ ਹੋਏ ਹੀ ਹੈ ਨਾ, ਸਮਝਦੇ ਪਏ ਹੋ। ਦੋਨੋਂ ਪਾਰਟਸ ਇੱਕ ਦੂਸਰੇ ਨੂੰ ਖਿੱਚਣਗੇ ਪੁੱਲ ਦੇ ਕਰਕੇ, ਠੀਕ ਹੈ। ਮਿਡਲ ਪਾਰਟ ਜਿਹੜਾ ਹੈਗਾ ਸਟਰੈਚ ਹੋ ਜਾਏਗਾ, ਕੰਸਟ੍ਰਿਕਟ ਹੋ ਜਾਏਗਾ, ਅਤੇ ਨੈਚੁਰਲੀ ਸੈਂਟਰ ਦੇ ਵਿੱਚ ਜਿੱਦਾਂ ਕਿ ਕੋਈ ਇਲਾਸਟਿਕ ਵਾਲੀ ਤਾਂ ਕੋਈ ਚੀਜ਼ ਹੈ, ਉਹਨੂੰ ਅਸੀਂ ਜੇਕਰ ਖਿੱਚਾਂਗੇ ਤਾਂ ਨੈਚੁਰਲੀ ਉਹ ਸੈਂਟਰ ਦੇ ਵਿੱਚੋਂ ਦੀ ਟੁੱਟ ਜਾਏਗੀ, ਠੀਕ ਹੈ ਜੀ। ਸੋ ਇਹਨੇ ਆਪਣਾ ਪੋਸਟੀਰੀਅਰ ਪਾਰਟ ਜਿਹੜਾ ਹੈਗਾ ਕਿਸੇ ਨਾ ਕਿਸੇ ਦੇ ਨਾਲ ਅਟੈਚ ਕਰ ਲਿਆ, ਇੰਟੀਰੀਅਰ ਪਾਰਟ ਜਿਹੜਾ ਹੈਗਾ ਉਹ ਫਰੀ ਹੈ, ਉਹ ਥੋੜ੍ਹਾ ਜਿਹਾ ਅੱਗੇ ਨੂੰ ਜਾਊਗਾ ਤਾਂ ਇਹ ਸਟਰੈਚ ਹੋ ਜਾਊਗਾ, ਠੀਕ ਹੈ ਜੀ। ਵੀ ਸੈਂਟਰ ਦੇ ਵਿੱਚ ਕੰਸਟ੍ਰਿਕਸ਼ਨ ਆ ਜਾਏਗੀ, ਫਾਈਨਲੀ ਇਹ ਬ੍ਰੇਕ ਕਰ ਜਾਏਗਾ। ਸੋ ਜੋ ਇੰਟੀਰੀਅਰ ਪਾਰਟ ਹੈਗਾ ਉਹ ਆਪਣਾ ਪੋਸਟੀਰੀਅਰ ਪਾਰਟ ਰੀਜਨਰੇਟ ਕਰ ਲੇਗਾ, ਅਤੇ ਜਿਹੜਾ ਪੋਸਟੀਰੀਅਰ ਪਾਰਟ ਹੈ ਉਹ ਆਪਣਾ ਇੰਟੀਰੀਅਰ ਪਾਰਟ ਰੀਜਨਰੇਟ ਕਰ ਦੇਗਾ। ਸੋ ਸਿੱਧੀ ਜੀ ਗੱਲ ਹੈ ਕਿ ਦੋਨੋਂ ਪਾਰਟਸ ਤੋਂ ਇੱਕ ਪੇਰੈਂਟ ਬੋਡੀ ਦੇ ਜਿਹੜੇ 2 ਹਿੱਸੇ ਹੋ ਗਏ, ਉਹਦੇ ਤੋਂ ਬਿਲਕੁਲ ਨਵੇਂ ਪਲੈਨੇਰੀਅਨ ਜਿਹੜੇ ਹੈਗੇ ਉਹ ਡਿਵੈਲਪ ਕਰ ਜਾਣਗੇ। ਸੋ ਇਸ ਟੌਪਿਕ ਦੇ ਵਿੱਚ ਹੀ ਇੱਕ ਮੈਂ ਤੁਹਾਨੂੰ ਅੱਜ ਦੇ ਟੌਪਿਕ ਦੇ ਲਈ ਇੱਕ ਲਾਸਟ ਚੀਜ਼ ਦੱਸਣਾ ਚਾਹੁੰਦੀ ਹਾਂ, ਠੀਕ ਹੈ। ਸੋ ਬਾਈਨਰੀ ਫਿਸ਼ਨ ਜਦੋਂ ਤੁਸੀਂ ਪੜ੍ਹੀ, ਠੀਕ, ਸੋ ਜਾਂ ਇਹ ਸੈਕਸ਼ੂਅਲ ਰਿਪਰੋਡਕਸ਼ਨ ਦੀ ਇਹ ਟਾਈਪ ਪੜ੍ਹੀ, ਇਹਦੇ 'ਚ ਅਸੀਂ ਇਹ ਸਿੱਖਿਆ ਕਿ ਰੀਪਰੋਡਕਟਿਵ ਯੂਨਿਟਸ ਐਂਡ ਮੋਰੈਲਿਟੀ, ਠੀਕ ਹੈ, ਮੋਟੈਲਿਟੀ, ਓਕੇ। ਸੋ ਇਹਦਾ ਕੀ ਮਤਲਬ ਹੈ ਬੱਚੇ, ਇਮੋਰਟਲ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਕਿ ਕਦੇ ਵੀ ਮਰਦੀਆਂ ਨਹੀਂ ਹੈ। ਸੋ ਤੁਸੀਂ ਇਹਨਾਂ ਸਾਰਿਆਂ ਦੇ ਕੇਸਿਸ ਦੇ ਵਿੱਚ ਦੇਖ ਰਹੇ ਹੋ, ਪੇਰੈਂਟ ਬੋਡੀ ਜਿਹੜੀ ਹੈਗੀ ਆ ਭਾਵੇਂ ਉਹ 2 ਦੇ ਵਿੱਚ ਡਿਵਾਈਡ ਕਰ ਗਈ ਹੈ, ਪਰ ਤੁਹਾਨੂੰ ਪੇਰੈਂਟ ਬੋਡੀ ਦੀ ਕੋਈ ਵੀ ਡੈੱਡ ਬੋਡੀ ਨਹੀਂ ਨਾ ਮਿਲੀ, ਠੀਕ ਹੈ। ਸੋ ਪੇਰੈਂਟ ਬੋਡੀ ਜਿਹੜੀ ਹੈ ਉਹ ਮਰੀ ਨਹੀਂ ਹੈ, ਸਮਝਦੇ ਆ ਨਾ, ਉਹਦੇ ਤੋਂ 2 ਡਾਟਰ ਇੰਡੀਵਿਜੂਅਲਸ ਬਣ ਗਏ ਆ ਹਰ ਕੇਸ 'ਚ, ਫਿਰ ਉਹਦੇ ਵਰਗੇ ਹੀ ਬਣ ਗਏ ਆ, ਠੀਕ ਹੈ। ਸੋ ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਰੀਪਰੋਡਕਟਿਵ ਯੂਨਿਟਸ ਜਿਹੜੀਆਂ ਹੁੰਦੀਆਂ ਬਾਈਨਰੀ ਫਿਸ਼ਨ ਦੇ ਕੇਸ ਦੇ ਵਿੱਚ ਉਹ ਇਮੋਰਟਲ ਹੁੰਦੀਆਂ ਨੇ, ਠੀਕ ਹੈ। ਸੋ ਰੀਪਰੋਡਕਟਿਵ ਬੋਡੀ ਕਦੀ ਵੀ, ਪੇਰੈਂਟ ਬੋਡੀ ਜਿਹੜੀ ਹੈ ਉਹ ਕਦੀ ਵੀ ਮਰਦੀ ਨਹੀਂ ਹੈ, ਠੀਕ ਹੈ। ਸੋ ਇੱਥੇ ਤੱਕ ਤੁਸੀਂ ਇਸ ਟੌਪਿਕ ਨੂੰ ਸੁਣਨਾ, ਉਸ ਤੋਂ ਬਾਅਦ ਅਸੀਂ ਸਟੱਡੀ ਕਰਾਂਗੇ ਮਲਟੀਪਲ ਫਿਸ਼ਨ।